पेश है विज्ञान लड़ीवार आउण वाला कल दी 31वीं कड़ी। मूल लेखन डॉक्टर अनुराग शर्मा, लड़ीवार संयोजक डॉक्टर BK त्यागी, पंजाबी रूपांतर ते खोज भारत ज्ञान विज्ञान समिति पंजाब ते चंडीगढ़। ਪਿਆਰੇ ਸਰੋਤਿਓ, ਬਨੌਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 31ਵੀਂ ਕੜੀ ਹੁੰਦਾ ਹੈ ਸਦਾ ਕੋਈ ਆਸ-ਪਾਸ ਵਿੱਚ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਨਮਸਤੇ। ਸਾਡੀ ਪਿਛਲੀ ਕੜੀ ਟੈਕਨੋਲੋਜੀ ਤਬਾਦਲਾ 'ਚ ਅਸੀਂ ਸੁਣੀ ਸੀ ਕਹਾਣੀ ਕਿ ਕਿਵੇਂ AI ਮਸ਼ੀਨਾਂ 'ਚ ਵਿਕਸਿਤ ਹੋਇਆ ਹੈ ਅਗਲਾ ਪੜਾਅ, ਯਾਨੀ ਬਨੌਟੀ ਬੌਧਿਕਤਾ। ਟੈਕਨੋਲੋਜੀ ਤਬਾਦਲਾ 'ਚ ਸੁਣਾਈ ਸੀ ਕਹਾਣੀ ਕਿ ਕਿਵੇਂ ਇੱਕ AI ਵਿਗਿਆਨੀ ਨੂੰ ਖਬਤ ਹੈ AI ਮਸ਼ੀਨਾਂ ਨੂੰ ਸਿਖਰ ਤੇ ਪਹੁੰਚਾਉਣ ਦਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਮਨੁੱਖ ਵਰਗੀਆਂ ਬਣਾਉਣ ਦਾ। ਕੀਤਾ ਸੀ ਹਾਲੇ ਬਿਆਨ ਕਿ ਕਿਵੇਂ ਮਨੁੱਖ ਦੀ ਕੋਸ਼ਿਸ਼ ਰਹੀ ਹੈ ਮਨੁੱਖੀ ਦਿਮਾਗ ਦੇ ਕੰਮਕਾਜ ਦੀ ਨਕਲ ਕਰਨ ਦੀ ਤੇ ਉਸ ਆਧਾਰ ਤੇ ਮਸ਼ੀਨਾਂ ਬਣਾਉਣ ਦੀ। ਬਸ ਇਹੀ ਸੀ ਸ਼ੁਰੂਆਤ AI ਦੀ। ਸੁਣਿਆ ਸੀ ਤੁਸੀਂ ਬਿਰਤਾਂਤ ਕਿ ਕਿਵੇਂ ਹੋਇਆ ਜਨਮ ਇਸੇ ਯਤਨ ਦੇ ਵਿੱਚੋਂ ਬਨੌਟੀ ਬੌਧਿਕਤਾ ਦੀ ਵਿਗਿਆਨ ਤੇ ਟੈਕਨੋਲੋਜੀ ਦਾ, ਜਿਸ ਨਾਲ ਆਖਰਕਾਰ ਉਸ ਵਿਗਿਆਨ ਤੇ ਟੈਕਨੋਲੋਜੀ ਨੇ ਸਿਰਜਣੀਆਂ ਸ਼ੁਰੂ ਕਰ ਦਿੱਤੀਆਂ ਬੁੱਧੀਮਾਨ ਮਸ਼ੀਨਾਂ ਕਰਦੀਆਂ ਨੇ ਕਈ ਕੰਮ ਜਿਹੜੀਆਂ ਮਨੁੱਖ ਤੋਂ ਵੀ ਵੱਧ ਤੇਜ਼ੀ ਨਾਲ ਤੇ ਸਟੀਕਤਾ ਨਾਲ। ਸੁਣ ਲਈ ਸੀ ਕਹਾਣੀ ਅਸੀਂ ਇਹ ਵੀ ਕਿ ਮਨੁੱਖ ਵਰਗੀ ਇਨ ਬਿਨ AI ਮਸ਼ੀਨ ਬਣਾਉਣ ਦੇ ਖਬਤ ਨੇ ਕਰਵਾ ਦਿੱਤਾ ਸੀ ਤਲਾਕ ਉਸ ਵਿਗਿਆਨੀ ਦਾ ਤੇ ਛੱਡ ਗਈ ਸੀ ਉਸ ਦੀ ਪਿਆਰੀ ਪ੍ਰੀਤਮਾ ਕਮ ਪਤਨੀ ਕਾਫੀ ਦੇਰ ਪਹਿਲਾਂ। ਸੁਣਾਇਆ ਸੀ ਬਿਰਤਾਂਤ ਕਿ ਕਿਵੇਂ ਬਨੌਟੀ ਬੌਧਿਕਤਾ ਵਾਲੀਆਂ ਮਸ਼ੀਨਾਂ ਨੂੰ ਡੀਪ ਲਰਨਿੰਗ ਦੇ ਸਹਾਰੇ ਜਨਰਲ AI ਦੀ ਵਰਤੋਂ ਦੇ ਜ਼ਰੀਏ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਤਰਜ਼ ਦੇ ਉੱਪਰ ਉਹ ਸਮਝ ਸਕਣ ਮਨੁੱਖੀ ਭਾਵਨਾਵਾਂ ਨੂੰ। ਸੁਣਾਈ ਸੀ ਕਹਾਣੀ ਕਿ ਹਰ ਸੰਭਵ ਕੋਸ਼ਿਸ਼ ਹੋ ਰਹੀ ਹੈ ਜਨਰਲ AI ਦੇ ਸਹਾਰੇ ਇਹਨਾਂ AI ਮਸ਼ੀਨਾਂ 'ਚ ਮਨੁੱਖੀ ਸੰਵੇਦਨਾ ਨੂੰ ਭਰਨ ਦੀ, ਯਾਨੀ ਇਹਨਾਂ ਮਸ਼ੀਨਾਂ ਨੂੰ ਮੋਸ਼ਨ ਵਾਲੀਆਂ ਦੇ ਨਾਲ ਹੀ ਇਮੋਸ਼ਨ ਵਾਲੀਆਂ ਬਣਾਉਣ ਦੀ। ਬਿਆਨ ਕੀਤੀ ਸੀ ਕਹਾਣੀ ਇਹਨਾਂ ਮਸ਼ੀਨਾਂ ਦੀ ਸੰਵੇਦਨਾ ਇੰਨੀ ਸਟੀਕ ਬਣ ਸਕਦੀ ਹੈ ਕਿ ਇਹ ਹੂ-ਬਹੂ ਮਨੁੱਖੀ ਮਨ ਨੂੰ ਪੜ੍ਹ ਸਕਦੀਆਂ ਨੇ ਤੇ ਬਿਲਕੁਲ ਇੱਕ ਆਮ ਮਨੁੱਖ ਦੀ ਤਰ੍ਹਾਂ ਕਰ ਸਕਦੀਆਂ ਨੇ ਵਰਤਾਓ। ਸੁਣਾਇਆ ਸੀ ਬਿਰਤਾਂਤ ਕਿ ਕਿਵੇਂ ਮਨੁੱਖੀ ਦਿਮਾਗ ਦਾ ਉਹ ਭਾਗ ਕਹਿੰਦੇ ਨੇ ਵਿਗਿਆਨੀ ਜਿਸ ਨੂੰ ਐਮੀਗਡਾਲਾ ਵਰਤਿਆ ਜਾਂਦਾ ਹੈ ਇਹਨਾਂ AI ਮਸ਼ੀਨਾਂ 'ਚ ਸੰਵੇਦਨਾ ਭਰਨ ਦੇ ਲਈ। ਖੋਲ ਦਿੱਤੇ ਸਨ ਭੇਤ ਇਹ ਵੀ ਕਿ ਕਿਵੇਂ ਇਹ ਐਮੀਗਡਾਲਾ ਦਰਅਸਲ ਹੈ ਰੀੜ੍ਹਧਾਰੀ ਰਿੰਗਣ ਵਾਲੇ ਜੀਵਾਂ ਦਾ ਦਿਮਾਗ ਜੋ ਮਨੁੱਖ ਵਿੱਚ ਕਰਦਾ ਹੈ ਪ੍ਰੋਸੈਸਿੰਗ ਸੰਵੇਦਨਾਵਾਂ। ਸੁਣਿਆ ਸੀ ਤੁਸੀਂ ਕਿੱਸਾ ਕਿ ਕਿਵੇਂ ਇਹ ਭਾਵਨਾਤਮਕ ਗੁਣ ਵਾਲੀਆਂ ਮਸ਼ੀਨਾਂ ਸੱਚ ਬੋਲਦੀਆਂ ਨੇ ਕਿਉਂਕਿ ਉਹਨਾਂ ਨੂੰ ਮਨੁੱਖ ਦੀ ਤਰ੍ਹਾਂ ਝੂਠ ਤੂਫਾਨ ਬੋਲਣਾ ਆਉਂਦਾ ਹੀ ਨਹੀਂ। ਸੁਣਾ ਦਿੱਤਾ ਸੀ ਇਹ ਵੀ ਬਿਰਤਾਂਤ ਕਿ ਇਹ ਮਸ਼ੀਨਾਂ ਰੱਖਦੀਆਂ ਨੇ ਸਮਰੱਥਾ ਕੰਮ ਕਰਦੇ ਹੋਏ ਨਾਲੋਂ ਨਾਲ ਅਨੁਭਵਾਂ ਦੇ ਸਹਾਰੇ ਆਪਣੇ ਆਪ ਹੋਰ ਨਵਾਂ ਸਿੱਖਦੇ ਜਾਣ ਦੀ ਵੀ। ਮਨੁੱਖ ਦੀ ਨਕਲ ਤੋਂ ਅੱਗੇ ਵੱਧ ਕੇ ਆਪਣਾ ਕੌਸ਼ਲ ਜਾਂ ਹੁਨਰ ਹੋਰ ਚੰਗੇਰਾ ਬਣਾ ਸਕਣ ਦੀ ਸਮਰੱਥਾ ਦਾ ਹੋ ਗਿਆ ਸੀ ਵਿਕਾਸ ਇਹਨਾਂ ਮਸ਼ੀਨਾਂ ਦੇ ਵਿੱਚ। ਹੋਈ ਸੀ ਗੱਲ ਕਿ ਕਿਵੇਂ ਇਸ AI ਵਿਗਿਆਨੀ ਨੇ ਵਿਕਸਿਤ ਕਰ ਰੱਖਿਆ ਸੀ ਪ੍ਰੋਗਰਾਮ ਕਿ ਉਸ ਦੇ ਕਿਸੇ ਵੀ ਜਾਣਕਾਰ ਦੀ ਸਾਲਗਿਰਾ ਤੇ ਉਹ ਮਸ਼ੀਨ ਆਪਣੇ ਆਪ ਆਰਡਰ ਕਰ ਦਿੰਦੀ ਸੀ ਦੁਕਾਨਦਾਰ ਨੂੰ ਕਿ ਉਹ ਕਿਸ ਦੇ ਘਰ ਕਿੰਨੇ ਕੁ ਮੁੱਲ ਦਾ ਤੋਹਫਾ ਪਹੁੰਚਾ ਦੇਵੇ। ਸੁਣਾਇਆ ਸੀ ਇਹ ਭੇਦ ਵੀ ਕਿ ਕਿਵੇਂ ਇਸ ਵਿਗਿਆਨੀ ਦੀ ਚੱਲਦੀ ਸੀ ਕਾਰ ਇਸ ਦੇ ਅੰਗੂਠੇ ਦੇ ਇਸ਼ਾਰੇ ਦੇ ਨਾਲ ਹੀ, ਜਿਸ ਨੂੰ ਵੇਖ ਕੇ ਚਕਰਾ ਜਾਂਦੇ ਸਨ ਆਵਾਜਾਈ ਤੇ ਨਿਗਰਾਨੀ ਰੱਖਣ ਵਾਲੇ ਪੁਲਿਸ ਕਰਮੀ ਵੀ। ਸੁਣਾ ਦਿੱਤਾ ਸੀ ਇਹ ਕਿੱਸਾ ਵੀ ਕਿ ਕਿਵੇਂ ਇਹ ਡੀਪ ਲਰਨਿੰਗ ਵਾਲੀਆਂ ਮਸ਼ੀਨਾਂ ਬਣ ਗਈਆਂ ਸਨ ਮਨੁੱਖ ਵਰਗੀਆਂ ਇਨ ਬਿਨ ਤੇ ਪਾ ਦਿੰਦੀਆਂ ਸਨ ਭੁਲੇਖਾ ਕਿਸੇ ਅਸਲੀ ਮਨੁੱਖ ਦਾ। ਜਿਸ ਮਸ਼ੀਨ ਨੇ ਉਸ ਵਿਗਿਆਨੀ ਦੇ ਵਿਆਹ ਦਾ ਕੀਤਾ ਸੀ ਪੂਰਾ ਬੰਦੋਬਸਤ, ਉਸੇ ਮਸ਼ੀਨ ਨੇ ਪਾਇਆ ਸੀ ਅਜਿਹਾ ਭੁਲੇਖਾ ਕਿ ਵਿਗਿਆਨੀ ਦੀ ਪਤਨੀ ਨੇ ਦੇ ਦਿੱਤਾ ਤਲਾਕ। ਸੁਣੀ ਸੀ ਤੁਸੀਂ ਵਿਚਲੀ ਗੱਲ ਇਸ ਕਹਾਣੀ ਦੀ ਕਿ ਇਹ ਹਾਰਡਲੀ 4 ਰੋਬੋਟ ਹਾਈਡ੍ਰੋਲਿਕ ਪ੍ਰਣਾਲੀ ਦੇ ਸਹਾਰੇ ਪੌੜੀਆਂ ਚੜ੍ਹ ਕੇ ਜਾ ਵੜਿਆ ਸੀ ਕਮਰੇ ਦੇ ਅੰਦਰ ਚਾਹ ਦੇਣ ਦੇ ਲਈ, ਜਿਸ ਬਾਬਤ ਨਹੀਂ ਸੀ ਗਿਆਨ ਉਸ ਵਿਗਿਆਨੀ ਦੀ ਸ਼੍ਰੀਮਤੀ ਜੀ ਨੂੰ। ਹੋ ਗਈ ਸੀ ਉਹ ਨਾਰਾਜ਼।
ਸੁਣਾਈ ਸੀ ਭੇਦ ਦੀ ਗੱਲ ਕਿ ਕਿਵੇਂ ਇਹ ਵਿਗਿਆਨੀ ਪੂਰੇ ਯਤਨਾਂ ਦੇ ਬਾਵਜੂਦ ਸਪਸ਼ਟ ਨਹੀਂ ਕਰ ਸਕਿਆ ਆਪਣੀ ਘਰਵਾਲੀ ਨੂੰ ਕਿ ਉਹ ਮਨੁੱਖ ਜਿਹਾ ਜਾਪਣ ਵਾਲਾ ਜੋ ਉਸ ਦੇ ਕਮਰੇ 'ਚ ਆਇਆ ਸੀ ਚਾਹ ਦੇਣ ਦੇ ਲਈ ਸੀ ਉਹ ਇੱਕ ਰੋਬੋਟ, ਇੱਕ AI ਮਸ਼ੀਨ। ਸੁਣਿਆ ਸੀ ਤੁਸੀਂ ਬ੍ਰਿਤਾਂਤ ਕਿ ਕਿਵੇਂ ਇਹਨਾਂ ਮਸ਼ੀਨਾਂ ਨੂੰ ਅਜੇ ਵੀ ਨਹੀਂ ਕਿਹਾ ਜਾ ਸਕਦਾ ਮਨੁੱਖ ਦੇ ਦਿਮਾਗ ਦੇ ਹਾਣ ਦੀਆਂ। ਇਹ ਤਾਂ ਸੀ ਇੱਕ ਬਹੁਤ ਹੀ ਕਮਜ਼ੋਰ ਜਿਹੀ ਵੰਨਗੀ ਮਸ਼ੀਨਾਂ ਦੀ, ਜਿਹੜੀਆਂ ਯਤਨਸ਼ੀਲ ਨੇ ਇਨ ਬਿਨ ਮਨੁੱਖੀ ਦਿਮਾਗ ਦੇ ਬਰਾਬਰ ਕੰਮ ਕਰਨ ਦੇ ਯੋਗ ਬਣਨ ਦੇ। ਹੋਈ ਸੀ ਗੱਲ ਕਿ ਸਾਡੀਆਂ ਇਹਨਾਂ AI ਮਸ਼ੀਨਾਂ ਨੂੰ ਪੂਰੀ ਤਰ੍ਹਾਂ ਮਨੁੱਖੀ ਵਿਵਹਾਰ ਯੁਕਤ ਬਣਾਉਣ ਦੇ ਲਈ ਇਹਨਾਂ 'ਚ ਭਾਵਨਾਤਮਕ ਬੌਧਿਕਤਾ ਯਾਨੀ ਇਮੋਸ਼ਨਲ ਇੰਟੈਲੀਜੈਂਸ ਜਾਂ ਕਹਿ ਲਈਏ ਸੰਵੇਦਨਾ ਬੁੱਧੀ ਜਾਂ ਸੰਵੇਦਨਾ ਕੌਸ਼ਲ ਦਾ ਹੋਣਾ ਜ਼ਰੂਰੀ ਹੈ। ਸੁਣਾਈ ਸੀ ਕਹਾਣੀ ਕਿ ਕਿਵੇਂ ਆਧੁਨਿਕ ਮਨੁੱਖ ਤੇਜ਼ ਰਫ਼ਤਾਰ ਨਤੀਜਿਆਂ ਤੇ ਆਧਾਰਿਤ ਜੀਵਨ ਚਾਲ ਵਿੱਚ ਆਪਣੀਆਂ ਮਨੁੱਖੀ ਸੰਵੇਦਨਾਵਾਂ ਦਾ ਕਰਦਾ ਜਾ ਰਿਹਾ ਹੈ ਘਾਣ ਤੇ ਮਨੁੱਖ ਖੁਦ ਬਣਦਾ ਜਾ ਰਿਹਾ ਹੈ ਮਸ਼ੀਨ। ਹੋਈ ਸੀ ਚਰਚਾ ਕਿ ਮਨੁੱਖ ਅਜਿਹੀਆਂ AI ਮਸ਼ੀਨਾਂ ਬਣਾਉਣ ਦਾ ਸੁਪਨਾ ਸਿਰਜ ਰਿਹਾ ਹੈ ਜਿਹੜੀਆਂ ਕਰ ਸਕਦੀਆਂ ਹੋਣ ਮਨੁੱਖੀ ਦਿਮਾਗ ਦਾ ਮੁਕਾਬਲਾ ਅਤੇ ਮੋਸ਼ਨ ਦੇ ਨਾਲ-ਨਾਲ ਲੈਸ ਹੋਣ ਇਮੋਸ਼ਨਲ ਯਾਨੀ ਭਾਵਨਾਵਾਂ ਨਾਲ ਵੀ। ਸੁਣ ਲਿਆ ਸੀ ਤੁਸੀਂ ਇਹ ਸੱਚ ਵੀ ਕਿ ਇਸ ਤੇਜ਼ ਰਫ਼ਤਾਰ ਜੀਵਨ ਸ਼ੈਲੀ ਦੌਰਾਨ AI ਦੀ ਦੌੜ 'ਚ ਕਿਤੇ ਮਨੁੱਖ ਖੁਦ ਸੰਵੇਦਨਹੀਨ ਬਣ ਕੇ ਭਾਵਨਾਤਮਕਤਾ ਵਾਲੀਆਂ ਮਸ਼ੀਨਾਂ ਨੂੰ ਆਪਣੀ ਜਗ੍ਹਾ ਤਾਂ ਨਹੀਂ ਦੇ ਰਿਹਾ। ਪਹੁੰਚੇ ਸੀ ਅਸੀਂ ਇਸ ਸਿੱਟੇ ਤੇ ਕਿ ਕੀ ਇਹ ਜੀਵਨ ਦੀ ਅਤੇ AI ਦੀ ਸਾਡੀ ਦੌੜ ਵਿਰੋਧਾਭਾਸ ਤਾਂ ਨਹੀਂ? ਕੀ ਇਹ ਸਾਡੇ ਸਮਾਜ ਦੀ ਤੇ ਭਵਿੱਖ ਦੀ ਕੋਈ ਉਲਟੀ ਤਸਵੀਰ ਦੀ ਦਸਤਖਤ ਤਾਂ ਨਹੀਂ? ਕਹਾਣੀ ਦੇ ਅੰਤ ਤੇ ਹੋ ਗਈ ਸੀ ਸਿਖਰ ਜਦ ਉਹ ਵਕਤਾ ਜਿਸ ਨੂੰ ਸਾਰੇ ਬਹੁਤ ਅਰਸੇ ਤੋਂ ਸਮਝਦੇ ਆ ਰਹੇ ਸਨ ਕਿ ਇੱਕ ਜਿਉਂਦਾ ਜਾਗਦਾ ਮਨੁੱਖ, ਇੱਕ ਨੌਜਵਾਨ, ਸਮਝਦੇ ਸਨ ਕਿ ਉਹ ਮ੍ਰਿਤਕ ਦਾ ਸਹਿਕਰਮੀ ਉਸ ਦੇ ਪੁੱਤਰ ਵਰਗਾ ਜਾਂ ਪੁੱਤਰ ਸਮਾਨ। ਵੇਖੋ ਜੀ, ਅੰਤ 'ਚ ਨਿਕਲਿਆ ਉਹ ਇੱਕ ਭਾਵਨਾਵਾਂ ਯੁਕਤ ਰੋਬੋਟ। ਸੁਣਾਵਾਂਗੇ ਅੱਜ ਅਸੀਂ ਕਹਾਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ ਹੁੰਦਾ ਹੈ ਸਦਾ ਕੋਈ ਆਸ-ਪਾਸ ਦੇ ਰਾਹੀਂ ਕਿ ਕਿਵੇਂ ਮਨੁੱਖ ਦੀਆਂ ਸੰਵੇਦਨਾਵਾਂ ਮਰ ਰਹੀਆਂ ਨੇ ਤੇ ਉਹ ਰੋਬੋਟ ਬਣ ਰਿਹਾ ਹੈ ਤੇ ਕਿਵੇਂ ਰੋਬੋਟ ਵਿੱਚ ਮਨੁੱਖੀ ਸੰਵੇਦਨਾਵਾਂ ਜਗਾਈਆਂ ਜਾ ਰਹੀਆਂ ਨੇ ਤਾਂ ਕਿ ਉਹ ਇਨਸਾਨ ਦੀ ਤਰ੍ਹਾਂ ਵਰਤਾਓ ਕਰ ਸਕੇ। ਸੁਣਾਵਾਂਗੇ ਕਹਾਣੀ ਸੰਵੇਦਨਸ਼ੀਲ ਰੋਬੋਟ 'ਚ ਵਿਗਿਆਨ ਸਿਧਾਂਤ ਤੇ ਕਾਰਜ ਖੇਤਰ ਦੇ ਵਿੱਚ ਸੋਚ ਜਾਂ ਮਨੁੱਖੀ ਮਨ ਦੀਆਂ ਉਡਾਰੀਆਂ ਰਾਹੀਂ ਸੰਭਾਵਿਤ ਨਵੀਆਂ ਪੁਲੰਘਾਂ ਦੀ। ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਸਾਡੀ ਅੱਜ ਦੀ ਕੜੀ ਹੁੰਦਾ ਹੈ ਸਦਾ ਕੋਈ ਆਸ-ਪਾਸ। ਪਾਣੀ ਦਾ ਬੰਦਾ ਦੇ ਬਹੁਤ ਇੱਧਰ ਕਰਿਆ ਯਾਰ ਉਹਦੀ ਗੱਲ ਤਾਂ ਸੁਣਦਾ ਨਹੀਂ। ਲੇਡੀਜ਼ ਐਂਡ ਜੈਂਟਲਮੈਨ, ਹਾਂ ਤਾਂ ਡਾਕਟਰ ਸਨੇਹਾ ਐਂਡ ਜੈਂਟਲਮੈਨ, ਤੁਸੀਂ ਸਭ ਜਾਣਦੇ ਹੋ ਕਿ ਅੱਜ ਅਸੀਂ ਖੁਫੀਆ ਵਿਭਾਗ ਦੇ ਸਭ ਤੋਂ ਗੰਭੀਰ ਸਮੇਂ 'ਚੋਂ ਗੁਜ਼ਰ ਰਹੇ ਹਾਂ ਤੇ ਮੈਂ ਯਾਨੀ ਤੁਹਾਡੇ ਇਸ ਵਿਭਾਗ ਦਾ ਨਿਰਦੇਸ਼ਕ ਤੁਹਾਨੂੰ ਸਭ ਨੂੰ ਬੇਨਤੀ ਕਰਾਂਗਾ ਕਿ ਸਭ ਸ਼ਾਂਤੀ ਨਾਲ ਬੈਠੋ। ਤੁਸੀਂ ਸਾਰੇ ਸਾਡੇ ਅੱਜ ਦੇ ਮਾਮਲੇ ਤੋਂ ਪੂਰੀ ਤਰ੍ਹਾਂ ਵਾਕਿਫ ਹੋ। ਬੇਸ਼ੱਕ ਮਾਮਲਾ ਬੜਾ ਗੰਭੀਰ ਹੈ ਤੇ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਇਹਦੀ ਛਾਣਬੀਣ ਦੇ ਲਈ ਅਸੀਂ ਸਭ ਉਹਨਾਂ ਲੋਕਾਂ ਦਾ ਇੰਤਜ਼ਾਰ ਕਰ ਰਹੇ ਹਾਂ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਾਧਾਨ ਯਾਨੀ ਕਿ AI ਸੋਲਿਊਸ਼ਨਸ ਦੀ ਕੰਪਨੀ ਚਲਾ ਰਹੇ ਨੇ। ਉਹ ਆਪਣੀ AI ਆਧਾਰਿਤ ਤਕਨੋਲੋਜੀ ਦੇ ਦੁਆਰਾ ਮੌਜੂਦਾ ਸਮੱਸਿਆ ਦਾ ਹੱਲ ਲੱਭਣ 'ਚ ਸਾਡੀ ਮਦਦ ਕਰਨਗੇ। ਕੌਣ? ਉਹ ਬਲਜਿੰਦਰ ਤੇ ਆਸ਼ੂ, ਉਹ ਜਿਨ੍ਹਾਂ ਨੇ AI ਸੋਲਿਊਸ਼ਨ ਕੰਪਨੀ AR ਸਪਾਈ ਸ਼ੁਰੂ ਕੀਤੀ ਸੀ। ਉਹ ਤਾਂ ਪਹਿਲਾਂ ਵੀ ਕਈ ਸਮਾਧਾਨ ਲੈ ਕੇ ਆ ਚੁੱਕੇ ਨੇ ਜਿਨ੍ਹਾਂ ਨਾਲ ਸਾਨੂੰ ਮਦਦ ਵੀ ਮਿਲੀ ਸੀ। ਬਿਲਕੁਲ ਰਾਘਵਨ, ਬਲਜਿੰਦਰ ਤੇ ਆਸ਼ੂ ਹੀ। ਵੈਸੇ ਮੈਨੂੰ ਤਾਂ ਇਨਾਮ ਵੀ ਆਪਣੇ ਆਪ 'ਚ ਉਮੀਦ ਤੇ ਸ਼ਕਤੀ ਦੇ ਪ੍ਰਤੀਕ ਲੱਗਦੇ ਨੇ। ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਉਹ ਜੈਂਟਲਮੈਨ ਬਲਜਿੰਦਰ ਤੇ ਆਸ਼ੂ ਸਿੱਧੇ ਕਾਲਜ ਤੋਂ ਇੱਥੇ ਆ ਰਹੇ ਨੇ। ਉਹਨਾਂ ਨੂੰ ਇਸ ਸਮੱਸਿਆ ਬਾਰੇ ਕੁਝ ਵੀ ਨਹੀਂ ਪਤਾ। ਇੱਥੇ ਆਉਣ ਤੇ ਹੀ ਅਸੀਂ ਉਹਨਾਂ ਨੂੰ ਆਪਣੀ ਸਮੱਸਿਆ ਸੰਖੇਪ 'ਚ ਦੱਸਾਂਗੇ, ਰਾਈਟ? ਅੱਛਾ, ਪਰ ਬਲਜਿੰਦਰ ਤੇ ਆਸ਼ੂ ਦੀ ਇਹ ਕੰਪਨੀ AI ਸਪਾਈ ਤਾਂ ਅਜੇ ਨਵੀਂ ਹੀ ਹੈ। ਕਿੰਨਾ ਕੁ ਸਟੀਕ ਹੋ ਸਕੇਗਾ ਇਹ ਸੋਲਿਊਸ਼ਨ? ਸਮੇਂ ਦੇ ਨਾਲ ਹੀ ਪਤਾ ਚੱਲ ਸਕੇਗਾ। ਉਹ ਤਾਂ ਹੈ ਰਾਘਵਨ, ਬਲਜਿੰਦਰ ਤੇ ਆਸ਼ੂ ਯੁਵਕ ਮਾਹਿਰ ਨੇ ਤੇ ਕੰਪਨੀ ਵੀ ਨਵੀਂ ਹੈ, ਪਰ ਉਹ ਹੈ ਨੇ ਬਹੁਤ ਹੁਸ਼ਿਆਰ ਤੇ ਕਾਬਿਲ।
ਬਲਜਿੰਦਰ ਨੇ ਆਪਣੀ ਕਾਬਲੀਅਤ ਦੇ ਬਲ ਉੱਪਰ ਹੀ ਤਾਂ ਇੰਨੀ ਛੋਟੀ ਉਮਰ 'ਚ ਹੀ ਇਹ ਕੰਪਨੀ ਖੋਲ੍ਹਣ ਦੀ ਜੁਰਤ ਕੀਤੀ ਹੈ। ਇਸ ਕੰਪਨੀ ਦੇ ਕਈ ਸਮਾਧਾਨ ਤਾਂ ਸਾਡੀ ਸਰਕਾਰ ਵੀ ਉਪਯੋਗ ਕਰ ਰਹੀ ਹੈ। ਜੀ ਹਾਂ, ਅਤੇ ਉਸ ਨੂੰ ਨਵੀਆਂ ਕਾਢਾਂ ਕੱਢਣ ਲਈ ਰਾਸ਼ਟਰਪਤੀ ਤੋਂ ਖੋਜ ਪੁਰਸਕਾਰ ਵੀ ਮਿਲਿਆ ਜੀ। ਹਾਂ ਬਿਲਕੁਲ, ਪਿਛਲੇ ਸਾਲ ਹੀ। ਅਰੇ ਵਾਹ ਡਾਕਟਰ ਸਨੇਹਾ ਵਾਹ। ਪਿਛਲੇ ਸਾਲ ਤਾਂ ਤੁਹਾਨੂੰ ਵੀ ਦੇਸ਼ ਦੀ ਸੁਰੱਖਿਆ ਦੇ ਅਨੇਕਾਂ ਮਾਮਲੇ ਸੁਲਝਾਉਣ ਲਈ ਰਾਸ਼ਟਰਪਤੀ ਮੈਡਲ ਮਿਲਿਆ ਸੀ। ਵਾਹ, ਜੀ ਹਾਂ ਮਿਸਟਰ ਰਾਘਵਨ। ਆਓ ਬਲਜਿੰਦਰ ਐਂਡ ਆਸ਼ੂ, ਆਓ ਬੈਠੋ। ਥੈਂਕ ਯੂ ਜੀ, ਥੈਂਕ ਯੂ ਸਰ। ਅੱਛਾ, ਆਓ ਵੇਖੋ, ਪ੍ਰੋਜੈਕਟਰ ਉੱਪਰ ਤੁਸੀਂ ਦੋ ਵਿਅਕਤੀਆਂ ਦੀ ਤਸਵੀਰ ਦੇਖ ਰਹੇ ਹੋ। ਜੀ ਅੱਜ ਤੋਂ ਕਰੀਬ 20 ਸਾਲ ਪਹਿਲਾਂ ਇਹ ਦੋਵੇਂ ਦੇਸ਼ ਧਰੋਹੀ ਰਾਜਨ ਤੇ ਰਜਤ ਕੁਮਾਰ ਭਾਰਤ ਦੀਆਂ ਗੁਪਤ ਸੂਚਨਾਵਾਂ ਦੁਸ਼ਮਣ ਨੂੰ ਦਿੰਦੇ ਫੜੇ ਗਏ ਸੀ। ਦੋਵੇਂ ਉਸ ਸਮੇਂ ਨੌਜਵਾਨ ਸੀ ਤੇ ਦੋਵਾਂ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਤੇ ਇਹਨਾਂ ਕਰਕੇ ਸਾਡੇ ਕਈ ਸਾਥੀ ਸ਼ਹੀਦ ਵੀ ਹੋ ਗਏ ਸੀ। ਜੀ ਸਰ, ਕੀ ਹੁਣ ਇਹ ਦੋਨੋਂ ਹੀ ਤੁਹਾਡੀ ਕੈਦ 'ਚ ਨੇ ਜੀ? ਨਹੀਂ ਆਸ਼ੂ, ਕਰੀਬ 17 ਸਾਲ ਪਹਿਲਾਂ ਕੋਰਟ ਵਿੱਚ ਪੇਸ਼ੀ ਦੇ ਦੌਰਾਨ ਹੋਏ ਬੰਬ ਧਮਾਕੇ 'ਚ ਇਹਨਾਂ ਦੋਹਾਂ ਦੇ ਮਾਰੇ ਜਾਣ ਦੀ ਖਬਰ ਹੈ। ਜੇਕਰ ਇਹ ਮਾਰੇ ਗਏ ਸਨ ਤਾਂ ਹੁਣ ਇਹਨਾਂ ਜਾਸੂਸਾਂ ਨੂੰ ਕਿਉਂ ਯਾਦ ਕੀਤਾ ਜਾ ਰਿਹਾ ਹੈ? ਮੈਂ ਦੱਸਦਾ ਬਲਜਿੰਦਰ, ਅਸਲ 'ਚ ਉਸ ਸਮੇਂ ਕੋਰਟ 'ਚ ਧਮਾਕਾ ਇੰਨਾ ਜ਼ਬਰਦਸਤ ਹੋਇਆ ਸੀ ਕਿ ਉਸ 'ਚ ਕਰੀਬ 16 ਲੋਕ ਮਾਰੇ ਗਏ ਸੀ। ਮ੍ਰਿਤਕਾਂ ਦੀ ਬੋਟੀ ਹੋ ਗਈ ਸੀ। ਕੁਝ ਕੁ ਤਾਂ ਠੀਕ ਤਰ੍ਹਾਂ ਪਛਾਣ ਵੀ ਨਹੀਂ ਹੋ ਪਾ ਰਹੇ ਸੀ। ਸਰ, ਕੀ ਹੁਣ ਇਹ ਦੋਨੇ ਜਿਉਂਦੇ ਨੇ? ਆਸ਼ੂ, ਜੇ ਇਹ ਜਿਉਂਦੇ ਵੀ ਹੋਣ ਤਾਂ ਇਹਨਾਂ ਤੋਂ ਕੀ ਖਤਰਾ ਹੋ ਸਕਦਾ ਹੈ? ਉਸ ਸਮੇਂ ਤੁਸੀਂ ਇਹਨਾਂ ਦਾ ਨੈਟਵਰਕ ਤਾਂ ਖਤਮ ਕਰ ਹੀ ਦਿੱਤਾ ਹੋਵੇਗਾ। ਬਲਜਿੰਦਰ, ਆਸ਼ੂ, ਇਹ ਦੋਵੇਂ ਗੁਪਤ ਵਿਭਾਗ ਦੇ ਵੱਡੇ ਅਧਿਕਾਰੀ ਸਨ। ਦੋਵਾਂ ਦੇ ਕੋਲ ਅਜਿਹੀਆਂ ਕਈ ਜਾਣਕਾਰੀਆਂ ਸਨ ਜਿਨ੍ਹਾਂ ਨਾਲ ਦੁਸ਼ਮਣ ਦੇਸ਼ ਨੂੰ ਕਾਫੀ ਲਾਭ ਮਿਲ ਸਕਦਾ ਹੈ। ਸਾਡੇ ਦੇਸ਼ ਦੀ ਨਿਊਕਲੀਅਰ ਕਮਾਂਡ ਨੂੰ ਸਥਾਪਿਤ ਕਰਨ 'ਚ ਇਹਨਾਂ ਦੋਵਾਂ ਦੀ ਬਹੁਤ ਵੱਡੀ ਭੂਮਿਕਾ ਹੈ। ਨਿਊਕਲੀਅਰ ਕਮਾਂਡ? ਦੇਸ਼ ਦੇ ਗੁਪਤ ਵਿਭਾਗ ਵਿੱਚ ਅਜਿਹੇ ਜਸੂਸ, ਇਹ ਤਾਂ ਦੇਸ਼ ਦੀ ਸੁਰੱਖਿਆ ਲਈ ਬਹੁਤ ਹੀ ਬੁਰਾ ਹੋਏਗਾ। ਹਾਂ ਆਸ਼ੂ, ਇਹ ਆਪਣੀ ਬਦਕਿਸਮਤੀ ਹੈ, ਪਰ ਸਾਨੂੰ ਸ਼ੱਕ ਹੈ ਕਿ ਇਹ ਦੋਵੇਂ ਦੁਸ਼ਮਣ ਦੇ ਨਾਲ ਅਜੇ ਵੀ ਮਿਲੇ ਹੋਏ ਨੇ ਤੇ ਭਾਰਤ ਉੱਪਰ ਵੱਡਾ ਹਮਲਾ ਕਰਨ ਦੇ ਨਾਲ-ਨਾਲ ਆਪਣੀਆਂ ਨਿਊਕਲੀਅਰ ਮਿਜ਼ਾਈਲਾਂ ਨੂੰ ਨਸ਼ਟ ਕਰਨ ਦੇ ਲਈ ਇੱਕ ਵੱਡੀ ਯੋਜਨਾ ਉੱਪਰ ਕੰਮ ਕਰ ਰਹੇ ਨੇ। ਆਪਣੇ ਵਿੱਚ ਹੀ ਰਹਿ ਕੇ ਤਾਂ ਸਰ, ਅਸੀਂ ਇਸ ਵਿੱਚ ਤੁਹਾਡੀ ਕੀ ਮਦਦ ਕਰ ਸਕਦੇ ਹਾਂ? ਵੇਖੋ, ਇਹਨਾਂ, ਮੇਰਾ ਮਤਲਬ ਹੈ ਰਾਜਨ ਤੇ ਰਜਤ, ਦੋਵਾਂ ਦਾ ਨੈਟਵਰਕ ਅਸੀਂ ਜਾਣਦੇ ਹਾਂ ਤੇ ਇਹ ਤੁਸੀਂ ਵੀ ਸਮਝਦੇ ਹੋ ਕਿ ਪੂਰਾ ਨੈਟਵਰਕ ਨਾ ਤਾਂ ਖਤਮ ਕੀਤਾ ਜਾਂਦਾ ਹੈ ਤੇ ਨਾ ਹੀ ਸਭ ਨੂੰ ਫੜਿਆ ਜਾਂਦਾ ਹੈ। ਹਾਂ, ਲੇਕਿਨ ਨਜ਼ਰ ਪੂਰੀ ਰੱਖੀ ਜਾਂਦੀ ਹੈ, ਜਿਸ ਨਾਲ ਇਹਨਾਂ ਦੇ ਨੈਟਵਰਕ ਵਿੱਚ ਹੋਰ ਕੌਣ-ਕੌਣ ਹੈ ਇਹ ਪਤਾ ਲੱਗਦਾ ਰਹੇ। ਹਾਂ, ਇਹ ਤਾਂ ਮੈਂ ਜਾਣਦਾ, ਪਰ ਹੁਣ ਅਜਿਹਾ ਕੀ ਹੋ ਗਿਆ ਕਿ ਤੁਹਾਨੂੰ ਇਹ ਲੱਗਣ ਲੱਗਿਆ ਕਿ ਇਹ ਦੋਵੇਂ ਕੰਮ ਕਰ ਰਹੇ ਹਨ? ਹੋਰ ਕੋਈ ਵੀ ਤਾਂ ਹੋ ਸਕਦਾ ਹੈ। ਤੁਸੀਂ ਦੋਵਾਂ ਨੇ ਸਾਨੂੰ ਇੱਕ ਅਜਿਹਾ ਸਾਫਟਵੇਅਰ ਦਿੱਤਾ ਸੀ ਜੋ AI ਉੱਪਰ ਆਧਾਰਿਤ ਸੀ ਅਤੇ ਲੋਕਾਂ ਦੇ ਬੋਲਣ ਦੇ ਤਰੀਕੇ, ਆਵਾਜ਼ ਵਿੱਚ ਉਤਰਾਅ ਚੜ੍ਹਾਅ, ਦੁੱਖ ਵਿੱਚ ਕਿਹੋ ਜਿਹੀ ਆਵਾਜ਼, ਖੁਸ਼ੀ ਵਿੱਚ ਕਿਸ ਤਰ੍ਹਾਂ ਦੀ ਆਵਾਜ਼, ਗੁੱਸੇ ਵਿੱਚ ਬੋਲਣ ਦਾ ਤਰੀਕਾ ਆਦਿ ਅਨੇਕਾਂ ਪੈਮਾਨਿਆਂ ਦੀ ਗਣਨਾ ਕਰਕੇ ਤੁਰੰਤ ਵਿਅਕਤੀ ਨੂੰ ਪਹਿਚਾਣ ਲੈਂਦਾ ਹੈ। ਫਿਰ ਚਾਹੇ ਉਹ ਵਿਅਕਤੀ ਕਿੰਨੀਆਂ ਹੀ ਆਵਾਜ਼ਾਂ ਬਦਲ ਕੇ ਗੱਲ ਕਿਉਂ ਨਾ ਕਰੇ, ਤਾਂ ਵੀ ਤੁਹਾਡਾ ਸਾਫਟਵੇਅਰ ਉਸ ਦੀ ਲਗਭਗ ਸਟੀਕ ਪਹਿਚਾਣ ਕਰ ਹੀ ਲੈਂਦਾ ਹੈ ਨਾ? ਜੀ, ਉਹ ਸਾਡਾ 에ਅਰ ਵਾਇਸ ਸਾਫਟਵੇਅਰ ਹੈ, ਇਸ ਲਈ ਸਾਨੂੰ ਸਰਕਾਰ ਨੇ ਪੁਰਸਕਾਰ ਵੀ ਦਿੱਤਾ ਸੀ ਜੀ। ਹਾਂ, ਉਹੀ। ਪਿਛਲੇ 3 ਮਹੀਨਿਆਂ ਤੋਂ ਸਾਨੂੰ ਤੁਹਾਡਾ 에ਅਰ ਵਾਇਸ ਸਾਫਟਵੇਅਰ ਅਰਜਤ ਦੀ ਆਵਾਜ਼ ਦੇ ਕੁਝ ਸੰਦੇਸ਼ ਭੇਜ ਰਿਹਾ ਹੈ। ਹਾਲਾਂਕਿ ਸਾਨੂੰ ਉਹ ਆਵਾਜ਼ ਕੁਝ ਅਲੱਗ ਲੱਗ ਰਹੀ ਸੀ, ਪਰ ਤੁਹਾਡਾ 에ਅਰ ਵਾਇਸ ਸਾਫਟਵੇਅਰ ਉਸ ਨੂੰ ਰਜਤ ਦੀ ਆਵਾਜ਼ ਦੱਸ ਰਿਹਾ ਹੈ ਅਤੇ ਰਜਤ ਉਹਨਾਂ ਸੰਦੇਸ਼ਾਂ ਵਿੱਚ ਸਾਡੀਆਂ ਪਰਮਾਣੂ ਮਿਜ਼ਾਈਲਾਂ ਦਾ ਟਿਕਾਣਾ ਯਾਨੀ ਕਿ ਲੋਕੇਸ਼ਨ ਦੁਸ਼ਮਣਾਂ ਨੂੰ ਭੇਜ ਰਿਹਾ ਹੈ। ਓਹ ਅੱਛਾ, ਇਹ ਗੱਲ ਹੈ। ਬਿਲਕੁਲ ਬਲਜਿੰਦਰ, ਸਾਨੂੰ 3 ਸੰਦੇਸ਼ ਮਿਲੇ ਨੇ ਜੋ ਰਜਤ ਦੀ ਆਵਾਜ਼ 'ਚ ਨੇ ਤੇ ਇਹ ਮੈਸੇਜ ਬਿਲਕੁਲ ਸਹੀ ਨੇ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਮਿਜ਼ਾਈਲਾਂ ਦਾ ਟਿਕਾਣਾ ਯਾਨੀ ਲੋਕੇਸ਼ਨ ਦੀ ਜਾਣਕਾਰੀ ਸਿਰਫ 2 ਹੀ ਲੋਕਾਂ ਨੂੰ ਸੀ ਤੇ ਦੋਵਾਂ ਨੂੰ ਤੁਸੀਂ ਜਾਣਦੇ ਹੋ, ਇੱਕ ਮੈਂ ਤੇ ਦੂਜੀ ਡਾਕਟਰ ਸਨੇਹਾ। ਓਹ, ਪਰ ਇਹ ਕਿਵੇਂ ਹੋ ਸਕਦਾ? ਤੁਹਾਡੇ ਦੋਵਾਂ ਕੋਲੋਂ ਇਹ ਜਾਣਕਾਰੀ ਕਿਵੇਂ ਬਾਹਰ ਜਾ ਸਕਦੀ ਹੈ? ਪਰ ਇਹ ਹੋਇਆ, ਮੈਂ ਤੇ ਸੁਰਜੀਤ ਸਰ ਜਿਨ੍ਹਾਂ ਮਿਜ਼ਾਈਲਾਂ ਦਾ ਟਿਕਾਣਾ ਯਾਨੀ ਕਿ ਲੋਕੇਸ਼ਨ ਜਾਣਦੇ ਆ, ਉਹ ਰਾਜਨ ਤੇ ਰਜਤ ਦੇ ਪ੍ਰੋਜੈਕਟ ਦਾ ਹਿੱਸਾ ਸਨ। ਲੇਕਿਨ ਇਹਨਾਂ ਨੂੰ ਉਦੋਂ ਉੱਥੇ ਨਹੀਂ ਸੀ ਰੱਖਿਆ ਗਿਆ, ਬਲਕਿ ਭਵਿੱਖ ਦੇ ਵਿੱਚ ਕੀ ਕਰਨਾ ਇਹਦੀ ਪਲਾਨਿੰਗ ਕੀਤੀ ਗਈ ਸੀ, ਕਿਉਂਕਿ ਉਸ ਸਮੇਂ ਇਹ ਮਿਜ਼ਾਈਲਾਂ ਸਾਡੇ ਕੋਲ ਨਹੀਂ ਸਨ।
ਅਗਰ ਮੰਨ ਲਓ ਰਜਤ ਸੱਚਮੁੱਚ ਜਿਉਂਦਾ ਹੈ ਤੇ ਉਸਨੇ ਤੁੱਕਾ ਮਾਰਿਆ ਹੈ, ਤਾਂ ਵੀ ਪ੍ਰਸ਼ਨ ਹੈ ਕਿ 2 ਮਿਜ਼ਾਈਲਾਂ ਦੇ ਟਿਕਾਣੇ ਦੇ ਬਾਰੇ ਉਹਨੇ ਬਿਲਕੁਲ ਸਹੀ ਕਿਵੇਂ ਦੱਸਿਆ ਹੈ? ਬਿਲਕੁਲ ਠੀਕ ਕਿਹਾ ਡਾਕਟਰ ਸੁਨੇਹਾ ਨੇ। ਪਰ ਬਲਜਿੰਦਰ, ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਕੱਲ ਸਾਡੇ ਵਿਭਾਗ 'ਚ ਸਿਰਫ 4 ਅਧਿਕਾਰੀਆਂ ਤੇ ਮੰਤਰੀ ਜੀ ਦੇ ਵਿੱਚ ਇੱਕ ਖੂਫੀਆ ਬੈਠਕ ਹੋਈ ਸੀ, ਜਿਸ 'ਚ ਕੁਝ ਹੋਰ ਮਿਜ਼ਾਈਲਾਂ ਦਾ ਟਿਕਾਣਾ ਯਾਨੀ ਲੋਕੇਸ਼ਨ ਤੇ ਹੋਰ ਮਹੱਤਵਪੂਰਨ ਚਰਚਾਵਾਂ ਵੀ ਹੋਈਆਂ ਸੀ। ਤੇ ਅੱਜ ਤੁਹਾਡੇ 에ਅਰ ਵਾਇਸ ਸੌਫਟਵੇਅਰ ਨੇ ਫਿਰ ਇੱਕ ਮੈਸੇਜ ਪਕੜਿਆ, ਉਹਨੂੰ ਇੰਟਰਸੈਪਟ ਕੀਤਾ ਹੈ, ਜਿਸ ਵਿੱਚ ਇਹ ਜਾਣਕਾਰੀ ਵੀ ਦੁਸ਼ਮਣ ਤੱਕ ਪਹੁੰਚਾਈ ਜਾ ਰਹੀ ਸੀ। ਉਹ ਇੱਕ ਹੋਰ ਮੈਸੇਜ? ਹਾਂ ਆਸ਼ੂ, ਪਰ ਇਸ ਵਾਰ 에ਅਰਵਾਈਸ ਸਾਫਟਵੇਅਰ ਨੇ ਆਵਾਜ਼ ਰਜਤ ਦੀ ਨਹੀਂ ਬਲਕਿ ਰਾਜਨ ਦੀ ਦੱਸੀ ਹੈ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਕਮਰੇ ਵਿੱਚ ਨਾ ਹੋਵੇ ਤੇ ਉਸ ਦੀ ਸਾਰੀ ਜਾਣਕਾਰੀ ਮਿਲ ਜਾਵੇ? ਇਸ ਦਫ਼ਤਰ ਦੇ ਕਿਸੇ ਵੀ ਕਮਰੇ 'ਚ ਖੂਫੀਆ ਮਾਈਕ੍ਰੋਫੋਨ, ਕੈਮਰੇ, ਇਹ ਸਭ ਕੁਝ ਲਗਾਉਣਾ ਤਾਂ ਸੰਭਵ ਹੀ ਨਹੀਂ ਹੈ, ਕਿਉਂਕਿ ਹਰ ਰੋਜ਼ ਦਿਨ ਵਿੱਚ ਕਈ ਵਾਰ ਕਮਰਿਆਂ ਦੇ ਹਰ ਕੋਨੇ ਦੀ ਜਾਂਚ ਹੁੰਦੀ ਹੈ ਤੇ ਕਈ ਇਲੈਕਟ੍ਰੋਨਿਕ ਉਪਕਰਨ ਵੀ ਲੱਗੇ ਨੇ ਜੋ ਇਹਨਾਂ ਸਭ ਗੱਲਾਂ ਉੱਪਰ ਕੜੀ ਨਜ਼ਰ ਰੱਖਦੇ ਨੇ। ਤਾਂ ਫਿਰ ਇਸ ਕਮਰੇ ਵਿੱਚ ਬੈਠੇ ਲੋਕ ਉਹਨਾਂ ਵਿੱਚੋਂ ਕੋਈ? ਤੂੰ ਸ਼ਾਇਦ ਇਹੀ ਸੋਚ ਰਿਹਾ ਹੋਵੇਂ ਕਿ ਉਹ ਜਾਸੂਸ ਸਾਡੇ ਵਿੱਚੋਂ ਕੋਈ ਹੈ, ਤੇ ਹਾਂ, ਮੈਂ ਵੀ ਇਹੀ ਮੰਨਦਾ। ਇਸ ਲਈ ਅਸੀਂ ਆਪਣੇ ਸਾਰੇ ਅਧਿਕਾਰੀਆਂ ਦੀ ਜਾਂਚ ਤੋਂ ਇਲਾਵਾ ਉਹਨਾਂ ਲੋਕਾਂ ਜਿਨ੍ਹਾਂ ਤੋਂ ਸੰਬੰਧਿਤ ਸੂਚਨਾਵਾਂ ਬਾਹਰ ਲੀਕ ਹੋ ਸਕਦੀਆਂ ਨੇ, ਉਹਨਾਂ ਸਭ ਨੂੰ ਜਾਂਚ ਪੂਰੀ ਹੋਣ ਤੱਕ ਹਰ ਪ੍ਰੋਜੈਕਟ ਤੋਂ ਅੱਡ ਕਰ ਦਿੱਤਾ ਹੈ। ਤੇ ਉਹ ਵੀ ਮੇਰੇ ਸਹਿਤ ਤੁਹਾਡੇ ਸਾਹਮਣੇ ਇਸ ਵੇਲੇ ਇੱਥੇ ਮੌਜੂਦ ਨੇ ਜਾਂਚ ਦੇ ਲਈ। ਬਿਲਕੁਲ, ਸਾਡੇ ਸੱਤਾਂ ਦੇ ਵਿੱਚੋਂ ਹੀ ਕੋਈ ਉਹ ਗੱਦਾਰ ਹੋ ਸਕਦਾ ਹੈ, ਤੇ ਜਦੋਂ ਤੱਕ ਇਹ ਪਤਾ ਨਾ ਚੱਲ ਜਾਏ ਕਿ ਸਾਡੇ ਵਿੱਚੋਂ ਉਹ ਕੌਣ ਹੈ, ਕੋਈ ਵੀ ਬਾਹਰ ਨਹੀਂ ਜਾ ਸਕਦਾ ਇੱਥੋਂ। ਹਾਂ, ਸਾਡੀ ਆਵਾਜ਼ ਦੇ ਸੈਂਪਲ ਵੀ ਲਏ ਗਏ ਨੇ, ਲੇਕਿਨ ਅਜੇ ਤੱਕ 에ਅਰ ਵਾਇਸ ਸਾਫਟਵੇਅਰ ਨੇ ਉਹਨੂੰ ਰਜਤ ਜਾਂ ਰਾਜਨ ਦੀ ਆਵਾਜ਼ ਨਹੀਂ ਦੱਸਿਆ ਹੈ। ਪਰ ਅਜਿਹਾ ਕਿਵੇਂ ਹੋ ਸਕਦਾ? ਇਹ ਸੰਭਵ ਹੀ ਨਹੀਂ। ਅਗਰ 에ਅਰ ਵਾਇਸ ਸਾਫਟਵੇਅਰ ਨੇ ਉਸ ਆਵਾਜ਼ ਨੂੰ ਪਹਿਚਾਨਿਆ ਤੇ ਆਵਾਜ਼ ਉਹਨਾਂ ਵਿੱਚੋਂ ਹੀ ਕਿਸੇ ਦੀ ਹੋਏਗੀ। ਹਾਂ ਆਸ਼ੂ, ਇਹ ਹੋ ਸਕਦਾ ਹੈ। ਕੀ ਪਤਾ ਇੱਕ ਹੀ ਵਿਅਕਤੀ ਦੀਆਂ 3 ਆਵਾਜ਼ਾਂ ਹੋਣ। ਕੀ ਮਤਲਬ? ਜੀ ਕੁਝ ਨਹੀਂ, ਅਜੇ ਤਾਂ ਸੋਚ ਹੀ ਰਹੇ ਹਾਂ। ਤਾਂ ਤੁਸੀਂ ਦੱਸੋ, ਸਾਡੇ ਤੋਂ ਕੀ ਚਾਹੁੰਦੇ ਹੋ? ਬਲਜਿੰਦਰ, ਰਜਤ ਤੇ ਰਾਜਨ ਜਾਂ ਫਿਰ ਜੋ ਵੀ ਗੱਦਾਰ ਹੈ, ਉਹਨਾਂ ਨੂੰ ਲੱਭਣ 'ਚ ਤੁਹਾਨੂੰ ਸਾਡੀ ਮਦਦ ਕਰਨੀ ਹੋਏਗੀ। ਤੇ ਹਾਂ, ਉਦੋਂ ਤੱਕ ਬਲਜਿੰਦਰ ਤੇ ਆਸ਼ੂ ਵੀ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੇ। ਹੈ? ਅਜਿਹਾ ਕਿਉਂ? ਕੋਈ ਗੱਲ ਨਹੀਂ ਆਸ਼ੂ, ਇਸ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ। ਇਹ ਇਹਨਾਂ ਦਾ ਸੁਰੱਖਿਆ ਦਾ ਮਾਮਲਾ ਹੈ। ਸੁਰਜੀਤ ਸਰ, ਇਸ ਦੇ ਲਈ ਸਾਨੂੰ ਕੁਝ ਉਪਕਰਨ ਅਤੇ ਆਪਣੇ ਹੋਰ ਸਾਥੀ ਓਮ ਦੀ ਜ਼ਰੂਰਤ ਹੋਏਗੀ। ਓਕੇ, ਵੈਰੀ ਰਾਈਟ। ਠੀਕ ਹੈ ਬਲਜਿੰਦਰ, ਮੈਂ ਤੁਹਾਡੇ ਸਾਥੀ ਓਮ ਤੇ ਉਪਕਰਨਾਂ ਨੂੰ ਲਿਆਉਣ ਦਾ ਇੰਤਜ਼ਾਮ ਕਰਦਾ। ਆ ਜਾਓ ਓਮ। ਸਰ, ਇਹ ਓਮ ਹੈ, ਆਓ ਮੈਂ ਤੁਹਾਨੂੰ ਸਮਝਾਉਂਦਾ ਹਾਂ। ਹੈਲੋ। ਅੱਛਾ, ਖੁਦ ਫਸ ਰਹੇ ਸੀ ਤਾਂ ਮੈਨੂੰ ਵੀ ਫਸਾ ਦਿੱਤਾ। ਮੈਂ ਘਰ ਜਾ ਰਿਹਾ ਹਾਂ। ਨਹੀਂ ਯਾਰ ਓਮ, ਮੇਰੇ ਦਿਮਾਗ ਵਿੱਚ ਇੱਕ ਆਈਡੀਆ ਹੈ, ਪਰ ਉਸ ਵਿੱਚ ਮੈਨੂੰ ਤੇਰੀ ਜ਼ਰੂਰਤ ਹੈ। ਮੈਂ ਚਾਹੁੰਦਾ ਕਿ ਤੂੰ ਜੋ ਨੇਤਰ ਸੌਫਟਵੇਅਰ ਵਿਕਸਿਤ ਕੀਤਾ ਨਾ, ਉਹਦੀ ਜਾਂਚ ਕਰ ਲੈਂਦੇ ਹਾਂ। ਨੇਤਰ ਸੌਫਟਵੇਅਰ? ਉਹ ਸਮਝਿਆ। ਸੁਰਜੀਤ ਸਰ, ਸਾਨੂੰ ਇੱਕ ਅਲੱਗ ਕਮਰਾ ਚਾਹੀਦਾ ਹੋਵੇਗਾ। ਉਸ ਵਿੱਚ ਇਹ ਉਪਕਰਨ ਲਗਾਉਣੇ ਹੋਣਗੇ। ਇਸ ਹਾਲ ਵਿੱਚ 5 ਕੈਮਰੇ ਇੱਕ ਕੁਰਸੀ ਦੇ ਸਾਹਮਣੇ ਲਗਾਉਣੇ ਹੋਣਗੇ ਅਤੇ ਕਨੈਕਸ਼ਨ ਦਾ ਕੰਟਰੋਲ ਸਾਡੇ ਰੂਮ ਵਿੱਚ ਦੇਣਾ ਹੋਵੇਗਾ। ਓਕੇ, ਰਾਈਟ ਬਲਜਿੰਦਰ, ਸਭ ਇੰਤਜ਼ਾਮ ਹੋ ਜਾਏਗਾ। ਇਹ ਜੁੜਿਆ ਹੋਇਆ ਕਮਰਾ ਹੈ, ਇਹੀ ਤੁਹਾਡੇ ਲਈ ਠੀਕ ਰਹੇਗਾ। ਉਹ ਵੀ ਨੇਤਰ ਸੌਫਟਵੇਅਰ ਹੈ ਕੀ? ਮੈਮ, ਓਮ ਨੇ ਇੱਕ ਨਵਾਂ ਐਲਗੋਰਿਦਮ ਬਣਾਇਆ ਜੋ ਅਸਲ ਵਿੱਚ ਗਣਿਤਿਕ ਨਿਰਦੇਸ਼ ਹੁੰਦੇ ਹਨ, ਜਿਨ੍ਹਾਂ ਦੇ ਅਨੁਸਾਰ ਸੌਫਟਵੇਅਰ ਕੰਮ ਕਰਦਾ। ਓਕੇ ਮੈਮ, ਦਰਅਸਲ AI 'ਚ ਅਜਿਹੇ ਐਲਗੋਰਿਦਮ ਹੁੰਦੇ ਨੇ ਜਿਨ੍ਹਾਂ ਦੇ ਅਨੁਸਾਰ ਮਸ਼ੀਨ ਕਾਰਜ ਕਰਦੀ ਹੈ ਜਾਂ ਸੌਫਟਵੇਅਰ ਕਾਰਜ ਕਰਦਾ ਹੈ। ਤਾਂ ਫਿਰ ਇਸ ਦਾ ਅਰਥ ਹੈ ਕਿ ਤੁਹਾਡੇ ਪਾਸ ਕੋਈ AI ਆਧਾਰਿਤ ਸੌਫਟਵੇਅਰ ਹੈ। ਹਾਂ ਮਿਸਟਰ ਰਾਘਵਨ, ਬਲਜਿੰਦਰ ਦੀ ਹਮੇਸ਼ਾ ਤੋਂ AI 'ਚ ਬਹੁਤ ਰੁਚੀ ਸੀ। ਅੱਜ ਇਸ ਟੈਕਨੋਲੋਜੀ ਨਾਲ ਅਜਿਹੀਆਂ ਮਸ਼ੀਨਾਂ ਦਾ ਨਿਰਮਾਣ ਹੋ ਰਿਹਾ ਹੈ ਜੋ ਆਪਣੇ ਕਾਰਜ ਖੁਦ ਕਰਦੀਆਂ ਨੇ, ਬਿਨਾਂ ਕਿਸੇ ਡਰਾਈਵਰ ਤੋਂ ਚੱਲਣ ਵਾਲੀ ਕਾਰਾਂ ਜਾਂ ਸਰਜਰੀ ਕਰਦੇ ਰੋਬੋਟ। ਬਿਲਕੁਲ ਠੀਕ। ਅੱਜ ਕੱਲ੍ਹ ਤਾਂ ਹਰ ਖੇਤਰ 'ਚ AI ਦਾ ਜ਼ੋਰ ਹੈ, ਚਾਹੇ ਕਿਸੇ ਕੰਪਨੀ ਦੇ ਲਈ ਕਰਮਚਾਰੀਆਂ ਦੀ ਚੋਣ ਕਰਨੀ ਹੋਵੇ ਜਾਂ ਨਵੇਂ ਬਾਜ਼ਾਰ ਦੀ ਤਲਾਸ਼ ਕਰਨੀ ਹੋਵੇ, ਸਭ AI ਉੱਪਰ ਹੀ ਆਧਾਰਿਤ ਹੁੰਦਾ ਹੈ। ਓ ਯਾਰ, ਬਹੁਤ ਬੁਰੇ ਫਸ ਗਏ। ਇਹ ਲੋਕ ਤਾਂ ਆਪਣੇ ਉੱਪਰ ਵੀ ਸ਼ੱਕ ਕਰ ਰਹੇ। ਹਾਂ ਆਸ਼ੂ, ਉਹ ਤਾਂ ਇਹ ਕਰਨਗੇ ਹੀ।
ਨਿਰਦੇਸ਼ਕ ਸਾਹਿਬ ਨੇ ਤਾਂ ਖੁਦ ਨੂੰ ਵੀ ਨਹੀਂ ਬਖਸ਼ਿਆ, ਪ੍ਰਬੰਧ ਵੀ ਪੂਰੇ ਕੀਤੇ ਨੇ। ਆਹ ਵੇਖੋ, ਰਾਜਨ ਅਤੇ ਰਜਤ ਦੋਹਾਂ ਦੇ ਫੋਟੋ ਦਿੱਤੇ ਨੇ, ਉਹ ਵੀ ਕਰੀਬ 20 ਸਾਲ ਪੁਰਾਣੇ। ਹਾਂ ਭਾਈ ਓਮ, ਸੁਰੱਖਿਆ ਦਾ ਸਵਾਲ ਜੋ ਹੈ। ਬਲਜਿੰਦਰ, ਮੈਂ ਸਭ ਕਰਮਚਾਰੀਆਂ ਦਾ ਡਾਟਾ ਆਪਣੇ ਸਿਸਟਮ ਵਿੱਚ ਪਾ ਲਿਆ। ਸਭ ਦੀ ਫਾਈਲ ਹੁਣ ਸਾਡਾ AI ਆਧਾਰਿਤ ਸੌਫਟਵੇਅਰ ਪੜ੍ਹ ਰਿਹਾ ਹੈ ਅਤੇ ਉਹਨਾਂ ਫਾਈਲਾਂ ਨੂੰ ਅਲੱਗ ਕਰਦਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਕੁਝ ਅਨੋਖੀ ਗੱਲ ਹੋਵੇ, ਜਿਵੇਂ ਕਿਸੇ ਦੇ ਵਜ਼ਨ ਵਿੱਚ ਅਚਾਨਕ ਕਮੀ ਜਾਂ ਵਾਧਾ, ਕਿਸੇ ਦੇ ਚੱਲਣ ਵਿੱਚ ਬਦਲਾਅ, ਜਾਂ ਕੋਈ ਬਿਨਾਂ ਦੱਸੇ ਲੰਬੇ ਸਮੇਂ ਤੱਕ ਗਾਇਬ ਰਿਹਾ ਹੋਵੇ। ਗੁੱਡ ਓਮ, ਤੂੰ ਹਾਲ ਵਿੱਚ ਜਾ ਕੇ 5 ਕੈਮਰੇ ਫਿੱਟ ਕਰ ਦੇ। ਠੀਕ ਹੈ ਬਲਜਿੰਦਰ, ਬਸ ਮੈਂ ਹੁਣੇ ਕਰਕੇ ਆਇਆ। ਰੁਕੋ ਓਮ, ਮੈਂ ਕੈਮਰੇ ਦੇ ਸਾਹਮਣੇ ਕੁਰਸੀ ਲਵਾ ਦਿੰਦਾ, ਤੂੰ ਫੋਕਸ ਕਰ ਲਈ। ਚੱਲ। ਹੈਲੋ ਜੀ, ਸਭ ਤੋਂ ਪਹਿਲਾਂ ਡਾਕਟਰ ਸਨੇਹਾ, ਤੁਸੀਂ ਜਾ ਕੇ ਉਸ ਕੁਰਸੀ ਉੱਪਰ ਬੈਠੋ। ਜਾਓ। ਡਾਕਟਰ ਸਨੇਹਾ, ਕੀ ਮਿਜ਼ਾਈਲਾਂ ਦੀ ਲੋਕੇਸ਼ਨ ਤੁਸੀਂ ਕਿਸ ਨਾਲ ਸ਼ੇਅਰ ਕੀਤੀ ਸੀ? ਨਹੀਂ, ਬਿਲਕੁਲ ਵੀ ਨਹੀਂ। ਠੀਕ, ਤੁਸੀਂ ਜਾ ਸਕਦੇ ਹੋ ਡਾਕਟਰ ਸਨੇਹਾ। ਇਹ 18-19 ਸਾਲ ਦੇ ਬੱਚੇ ਕੀ ਕਰ ਰਹੇ ਨੇ? ਡਾਕਟਰ ਸਨੇਹਾ ਤੋਂ ਵੀ ਸਿਰਫ ਇੱਕ ਹੀ ਸਵਾਲ ਪੁੱਛਿਆ। ਹੁਣ ਇੰਜ ਕੀ ਇਹ ਖਾਕ ਕੇਸ ਹੱਲ ਕਰਨਗੇ? ਤੁਸੀਂ ਇੱਥੇ ਹੈੱਡਕੁਆਰਟਰ ਵਿੱਚ ਆਉਣ ਤੋਂ ਪਹਿਲਾਂ ਕਿੱਥੇ ਸੀ? ਕੇਰਲ। ਮੈਂ ਉੱਥੋਂ ਦੇ ਖੂਫੀਆ ਆਫਿਸ ਵਿੱਚ ਸੀ। ਤੁਸੀਂ ਹੈੱਡਕੁਆਰਟਰ ਕਦੋਂ ਆਏ? ਕਰੀਬ 12 ਸਾਲ ਪਹਿਲਾਂ। ਆਸ਼ੂ, ਕੈਮਰੇ ਦਾ ਫੋਕਸ ਹੋਰ ਠੀਕ ਕਰੋ। ਬਲਜਿੰਦਰ, ਸਕਰੀਨ ਵੇਖੋ। ਰਾਘਵਨ ਜੀ, ਤੁਹਾਡੀ ਪਤਨੀ ਕਿੱਥੇ ਹੈ ਤੇ ਬੱਚੇ ਕਿੰਨੇ ਨੇ? ਮੇਰੀਆਂ 2 ਧੀਆਂ ਸਨ। ਕੇਰਲ ਵਿੱਚ ਬੋਟ ਰਾਈਡ ਦੇ ਦੌਰਾਨ ਇੱਕ ਹਾਦਸੇ ਵਿੱਚ ਮੇਰੀ ਪਤਨੀ ਅਤੇ ਦੋਵਾਂ ਬੇਟੀਆਂ ਦੀ ਮੌਤ ਹੋ ਗਈ ਸੀ। ਆਸ਼ੂ, ਬਲਜਿੰਦਰ, ਆਹ ਡਾਟਾ ਵੇਖੋ। ਇਹ ਤੁਸੀਂ ਕਿਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਹੋ ਮੇਰੇ ਤੋਂ? ਇਹ ਸਭ ਤੁਹਾਨੂੰ ਮੇਰੀ ਫਾਈਲ ਵਿੱਚ ਹੀ ਮਿਲ ਗਿਆ ਹੋਵੇਗਾ। ਸੁਰਜੀ ਸਰ, ਤੁਸੀਂ ਵੀ ਤਾਂ ਡਾਕਟਰ ਸਨੇਹਾ ਦੇ ਕਹਿਣ ਉੱਤੇ ਇਹਨਾਂ ਬੱਚਿਆਂ ਉੱਪਰ ਭਰੋਸਾ ਕਰ ਰਹੇ ਹੋ। ਇਹ ਕੁਝ ਵੀ ਪਤਾ ਨਹੀਂ ਕਰ ਪਾਉਣਗੇ। ਸਾਨੂੰ ਰੀਅਲ ਇਨਵੈਸਟੀਗੇਸ਼ਨ ਕਰਨਾ ਚਾਹੀਦਾ ਹੈ। ਆਪਾਂ ਸਮਾਂ ਬਰਬਾਦ ਕਰ ਰਹੇ ਹਾਂ। ਰਾਘਵਨ ਜੀ, ਤੁਸੀਂ ਸ਼ਾਂਤੀ ਨਾਲ ਸਾਡੇ ਸਵਾਲਾਂ ਦੇ ਜਵਾਬ ਦਿਓ। ਤੁਹਾਡੀ ਪਤਨੀ ਅਤੇ ਬੱਚਿਆਂ ਦੀ ਮੌਤ ਕਦੋਂ ਹੋਈ ਸੀ? ਕਰੀਬ 15 ਸਾਲ ਪਹਿਲਾਂ। ਤੁਸੀਂ ਰਾਘਵਨ ਨੂੰ ਕਿਉਂ ਮਾਰਿਆ? ਬੋਲਦੇ ਕਿਉਂ ਨਹੀਂ? ਬੋਲੋ ਬੋਲੋ। ਹਾਂ, ਮੈਂ ਹੀ ਰਾਘਵਨ ਨੂੰ ਮਾਰਿਆ ਸੀ। ਮੈਂ ਹੀ ਮਾਰਿਆ ਸੀ। ਅਗਰ ਤੂੰ ਰਾਘਵਨ ਨਹੀਂ ਹੈ ਤਾਂ ਤੂੰ ਕੌਣ ਹੈ? ਇਹ ਰਾਜਨ ਹੈ। ਹੈ? ਬਲਜਿੰਦਰ ਕੀ ਕਹਿ ਰਿਹਾ ਹੈ? ਇਹ ਰਾਜਨ ਹੈ ਤਾਂ ਰਾਘਵਨ ਕਿੱਥੇ ਹੈ? ਸੁਰਜੀਤ ਸਰ, ਵੈਸੇ ਇਹ ਕੰਮ ਇੰਨਾ ਆਸਾਨ ਨਹੀਂ ਸੀ, ਪਰ ਅਸੀਂ ਕੁਝ AI ਆਧਾਰਿਤ ਸੌਫਟਵੇਅਰ ਤਿਆਰ ਕੀਤੇ ਸਨ, ਇਸ ਲਈ ਸਭ ਇੰਨੀ ਆਸਾਨੀ ਨਾਲ ਹੋ ਪਾਇਆ। AI ਨੇ ਇਹਨਾਂ ਦਾ ਝੂਠ ਫੜਿਆ ਅਤੇ ਫਿਰ ਪਲਾਸਟਿਕ ਸਰਜਰੀ ਦੁਆਰਾ ਬਦਲੇ ਗਏ ਚਿਹਰੇ ਦੇ ਹੇਠਾਂ ਅਸਲੀ ਚਿਹਰਾ ਵਿਖਾਇਆ। ਪਲਾਸਟਿਕ ਸਰਜਰੀ? ਇਹ ਕਿਵੇਂ ਪਤਾ ਚੱਲਿਆ ਬਲਜਿੰਦਰ? ਅਸਲ ਵਿੱਚ ਸਰ, ਰਾਜਨ ਨੇ ਪਲਾਸਟਿਕ ਸਰਜਰੀ ਦੁਆਰਾ ਰਾਘਵਨ ਦੇ ਚਿਹਰੇ 'ਚ ਬਦਲਾਅ ਕਰਵਾਏ ਸਨ, ਜਾਂ ਕਹਿ ਲਓ ਕਿ ਰਾਘਵਨ ਦੇ ਚਿਹਰੇ ਨੂੰ ਪ੍ਰਤੀਰੂਪਿਤ ਕਰਵਾਇਆ ਤੇ ਥੋੜ੍ਹੀ ਬਹੁਤੀ ਕਮੀ ਜਿਹੜੀ ਰਹਿ ਗਈ ਸੀ ਨਾ, ਉਹ ਉਹਨੇ ਐਕਸੀਡੈਂਟ ਦੌਰਾਨ ਸੱਟ ਦੱਸ ਕੇ ਗੁੰਮਰਾਹ ਕੀਤਾ ਸੀ। ਤਾਂ ਰਾਜਨ, ਹੁਣ ਤੂੰ ਦੱਸ ਕੀ ਹੋਇਆ ਸੀ? ਵੈਸੇ ਤੈਨੂੰ ਪਤਾ ਹੈ ਕਿ ਸੱਚ ਤਾਂ ਅਸੀਂ ਉਗਲਵਾਈ ਲਵਾਂਗੇ, ਇਸ ਲਈ ਖੁਦ ਹੀ ਦੱਸ ਦੇ ਤਾਂ ਤੇਰੇ ਲਈ ਚੰਗਾ ਹੋਏਗਾ। ਦੱਸਦਾ ਸਰ। ਉਹ ਬਲਾਸਟ ਵਿਦੇਸ਼ੀ ਦੁਸ਼ਮਣਾਂ ਦੁਆਰਾ ਕਰਵਾਇਆ ਗਿਆ ਸੀ, ਜਿਸ ਵਿੱਚ ਰਜਤ ਮਾਰਿਆ ਗਿਆ ਸੀ। ਲੇਕਿਨ ਬੇਹੱਦ ਸਾਵਧਾਨੀ ਨਾਲ ਉਹਨਾਂ ਲੋਕਾਂ ਨੇ ਮੈਨੂੰ, ਯਾਨੀ ਰਾਜਨ ਨੂੰ ਬਚਾ ਲਿਆ ਤੇ ਫਿਰ ਤੋਂ ਖੂਫੀਆ ਵਿਭਾਗ ਵਿੱਚ ਭੇਜਣ ਦਾ ਸਫਲ ਪਲਾਨ ਬਣਾਇਆ ਗਿਆ। ਕੀ ਪਲਾਨ ਬਣਾਇਆ ਗਿਆ ਸੀ? ਡਾਕਟਰ ਸਨੇਹਾ, ਪਲਾਨ ਦੇ ਤਹਿਤ ਕੇਰਲ ਵਿੱਚ ਵਿਭਾਗ ਦੇ ਹੀ ਇੱਕ ਹੋਰ ਖੂਫੀਆ ਅਧਿਕਾਰੀ ਯਾਨੀ ਰਾਘਵਨ ਨੂੰ ਅਗਵਾ ਕੀਤਾ ਗਿਆ। ਉਸ ਦੀ ਹੱਤਿਆ ਕਰਕੇ ਕੁਝ ਉਸ ਦੇ ਚਿਹਰੇ ਤੇ ਉਭਾਰ, ਜਿਵੇਂ ਨੱਕ, ਗਲ ਆਦਿ ਨੂੰ ਮੇਰੇ ਚਿਹਰੇ ਉੱਪਰ ਪ੍ਰਤੀ ਆਰੋਪਿਤ ਕੀਤਾ ਗਿਆ। ਉਸ ਸਮੇਂ ਰਾਘਵਨ ਆਪਣੇ ਪਰਿਵਾਰ ਦੇ ਨਾਲ ਤੁਰਕੀ ਦੀ ਯਾਤਰਾ ਤੇ ਸੀ। ਫਿਰ ਥੋੜ੍ਹੀ ਬਹੁਤ ਟ੍ਰੇਨਿੰਗ ਤੋਂ ਬਾਅਦ ਮੈਨੂੰ ਵਾਪਸ ਕੇਰਲ ਭੇਜਿਆ ਗਿਆ। ਲੇਕਿਨ ਇੱਥੇ ਇੱਕ ਝੂਠੇ ਬੋਟ ਐਕਸੀਡੈਂਟ ਵਿੱਚ ਰਾਘਵਨ ਦੇ ਪਰਿਵਾਰ ਦੀ ਮੌਤ ਦੀ ਖਬਰ ਫੈਲਾਈ ਗਈ। ਕੁਝ ਸਮੇਂ ਬਾਅਦ ਵਿਭਾਗ ਨੇ ਰਾਘਵਨ ਯਾਨੀ ਮੈਨੂੰ ਹੈੱਡਕੁਆਰਟਰ ਬੁਲਾ ਕੇ ਮੈਂ ਯੋਜਨਾ ਦੇ ਅਨੁਸਾਰ ਖੂਫੀਆ ਜਾਣਕਾਰੀਆਂ ਦੁਸ਼ਮਣਾਂ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦੀਪਕ, ਇਸ ਨੂੰ ਆਪਣੇ ਚਾਰਜ ਚਲਾਓ ਤੇ ਪੜਤਾਲ ਸ਼ੁਰੂ ਕਰੋ।
ਤੁਸੀਂ ਬਿਲਕੁਲ ਠੀਕ ਕਿਹਾ ਸੀ। ਇਹਨਾਂ ਲੜਕਿਆਂ ਕੋਲ ਇਹ ਸਮਰੱਥਾ ਹੈ, ਇਹ ਕਰ ਲੈਣਗੇ, ਵੈਰੀ ਗੁੱਡ। ਪਰ ਬਲਜਿੰਦਰ, ਆਸ਼ੂ, ਓਮ, ਤੁਸੀਂ ਲੋਕਾਂ ਨੇ ਕੀਤਾ ਕਿਵੇਂ? ਅਸਲ ਵਿੱਚ ਸਰ ਅਸੀਂ ਇੱਕ AI ਸਿਸਟਮ ਤਿਆਰ ਕੀਤਾ ਹੈ ਜੋ ਝੂਠ ਬੋਲਣ ਤੇ ਵਿਅਕਤੀ ਦੇ ਸੰਕੇਤ, ਸਰੀਰ ਦਾ ਤਾਪਮਾਨ, ਦਿਲ ਦੀ ਧੜਕਣ ਵਿੱਚ ਬਦਲਾਅ, ਇਹੋ ਜਿਹੇ ਅਨੇਕਾਂ ਗਣਨਾਵਾਂ ਨੂੰ ਕਰਕੇ ਇਹ ਦੱਸ ਦਿੰਦਾ ਹੈ ਕਿ ਕੌਣ ਝੂਠ ਬੋਲ ਰਿਹਾ। ਓਕੇ। ਜਿਵੇਂ ਜ਼ਿਆਦਾਤਰ ਆਦਮੀ ਜੇਕਰ ਝੂਠ ਬੋਲਦੇ ਹੋਣ ਤਾਂ ਉਹਨਾਂ ਦੇ ਨੱਕ ਦੇ ਸਭ ਤੋਂ ਅੱਗੇ ਵਾਲੇ ਹਿੱਸਿਆਂ ਵਿੱਚ ਅਨੇਕ ਤੰਤਰਿਕਾਵਾਂ ਵਿੱਚ ਉਤੇਜਨਾ ਦੇ ਕਾਰਨ ਖੁਜਲੀ ਹੋਣ ਲੱਗਦੀ ਹੈ ਅਤੇ ਰਾਜਨ ਦੀ ਨੱਕ ਉੱਪਰ ਹੋਈ ਖੁਜਲੀ ਨੇ ਸਾਨੂੰ ਅਲਰਟ ਕਰ ਦਿੱਤਾ। ਪਰ ਇਹ ਰਾਜਨ ਹੈ, ਇਹ ਤੁਹਾਨੂੰ ਕਿਵੇਂ ਪਤਾ ਲੱਗਿਆ? ਤੇ ਉਹ ਰਾਜਨ ਤੇ ਰਜਤ ਦੀਆਂ ਆਵਾਜ਼ਾਂ? ਮੈਮ, ਇੱਕ ਗੱਲ ਹੈ ਕਿ ਵਿਅਕਤੀ ਦੇ ਚਿਹਰੇ ਦੇ ਨੈਣ ਨਕਸ਼ਾਂ 'ਚ ਕੁਝ ਅਜਿਹੇ ਹਿੱਸੇ ਹੁੰਦੇ ਨੇ ਜੋ ਕਦੀ ਬਦਲਦੇ ਨਹੀਂ, ਜਿਵੇਂ ਨੱਕ ਤੇ ਅੱਖਾਂ ਦੇ ਵਿੱਚ ਦਾ ਅਨੁਪਾਤ। ਤੇ ਇੰਝ ਹੀ ਅੱਖਾਂ ਦੀਆਂ ਮਾਸਪੇਸ਼ੀਆਂ ਜਿਵੇਂ ਆਇਰਸ ਦੇ ਪੈਟਰਨ ਵੀ ਨਹੀਂ ਬਦਲਦੇ। ਫਿਰ ਚਾਹੇ 20 ਸਾਲ ਪੁਰਾਣੀ ਫੋਟੋ ਹੋਵੇ ਜਾਂ ਬਚਪਨ ਦੀ, AI ਸਭ ਦੀ ਸਹੀ ਗਣਨਾ ਕਰਕੇ ਵਿਅਕਤੀ ਦੇ ਅਸਲੀ ਚਿਹਰੇ ਨੂੰ ਫੜ ਹੀ ਲੈਂਦੀ ਹੈ, ਚਾਹੇ ਪਲਾਸਟਿਕ ਸਰਜਰੀ ਹੀ ਕਿਉਂ ਨਾ ਕਰਵਾ ਲਓ। ਅਤੇ ਜਿੱਥੇ ਤੱਕ ਰਾਜਨ ਦੀ ਆਵਾਜ਼ ਦੀ ਗੱਲ ਹੈ, ਇਸ ਨੇ ਵੋਕਲ ਕਾਰਡ ਦੀ ਸਰਜਰੀ ਕਰਵਾ ਕੇ ਆਪਣੀ ਆਵਾਜ਼ ਬਦਲਵਾ ਲਈ ਸੀ ਅਤੇ ਤੁਹਾਨੂੰ ਲੋਕਾਂ ਨੂੰ ਰਾਜਨ ਤੇ ਰਜਤ ਦੀ ਜੋ ਆਵਾਜ਼ ਸੁਣਾਈ ਦਿੰਦੀ ਸੀ ਉਹ AI ਆਧਾਰਿਤ ਸੌਫਟਵੇਅਰ ਦੀ ਮਦਦ ਨਾਲ ਕਾਲ ਕਰਕੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਤੇ ਇਹਨਾਂ ਨੇ ਤੁਹਾਨੂੰ ਗੁੰਮਰਾਹ ਕਰਨ ਲਈ ਰਜਤ ਤੇ ਰਾਜਨ ਦੀਆਂ ਆਵਾਜ਼ਾਂ ਵਿੱਚ ਮੈਸੇਜ ਦਿੱਤੇ। ਬਾਕੀ ਤੁਸੀਂ ਤਾਂ ਹੁਣ ਸਭ ਪਤਾ ਕਰ ਹੀ ਲਓਗੇ। ਹਾਂ, ਉਹ ਤਾਂ ਹੈ। ਇੱਕ ਗੱਲ ਹੋਰ, ਅੱਜ ਕੱਲ੍ਹ ਚਿਹਰੇ ਦੀ ਪਛਾਣ ਕਰਨ ਵਾਲੇ ਸੌਫਟਵੇਅਰ ਵਿੱਚ AI ਟੈਕਨੋਲੋਜੀ ਦਾ ਉਪਯੋਗ ਕੀਤਾ ਜਾ ਰਿਹਾ ਹੈ, ਪਰ AI ਨੂੰ ਵਧੇਰੇ ਸਮਰੱਥ ਯਾਨੀ ਕਿ ਕਾਰਗਰ ਬਣਾਉਣ ਦੇ ਲਈ ਡਾਟਾ ਦੀ ਜ਼ਰੂਰਤ ਹੁੰਦੀ ਹੈ ਅਤੇ ਜੋ ਅਸੀਂ ਲੋਕ ਕੰਪਨੀਆਂ ਨੂੰ ਦਿੰਦੇ ਹਾਂ। ਅਸੀਂ ਦਿੰਦੇ ਹਾਂ ਡਾਟਾ? ਪਰ ਉਹ ਕਿਵੇਂ? ਅਰੇ ਸੁਰਜੀਤ ਸਰ, ਜਦੋਂ ਕੋਈ ਸੋਸ਼ਲ ਮੀਡੀਆ ਦੀ ਕੰਪਨੀ ਤੁਹਾਨੂੰ ਸਭ ਨੂੰ ਕਹਿੰਦੀ ਹੈ ਕਿ ਆਪਣਾ ਅੱਜ ਵਾਲਾ ਅਤੇ 10 ਸਾਲ ਪੁਰਾਣਾ ਫੋਟੋ ਪਾਓ, ਤਾਂ ਲੋਕੀ ਖੁਸ਼ੀ ਲਾਇਕ ਦੇ ਚੱਕਰ ਵਿੱਚ ਖੂਬ ਫੋਟੋਆਂ ਪਾਉਂਦੇ ਨੇ। ਦੱਸ ਕੀ 20 ਸਾਲ ਪੁਰਾਣੀ ਫੋਟੋ। ਬਸ ਇਸੇ ਡਾਟਾ ਤੋਂ ਕੰਪਨੀ ਆਪਣੇ ਸੌਫਟਵੇਅਰ ਚੈੱਕ ਕਰ ਲੈਂਦੀ ਹੈ ਅਤੇ ਉਸ ਵਿੱਚ ਜ਼ਰੂਰਤ ਅਨੁਸਾਰ ਸੁਧਾਰ ਕਰ ਲੈਂਦੀ ਹੈ। ਲਓ, ਤੇ ਆਪਾਂ ਸਭ ਮਿਲ ਕੇ ਇਹਨਾਂ ਕੰਪਨੀਆਂ ਦੀ ਮਦਦ ਕਰ ਰਹੇ ਹਾਂ। ਵਾਹ ਬਈ ਵਾਹ। ਤੇਰੇ ਇਹ ਨੇਤਰ ਸੌਫਟਵੇਅਰ ਨੂੰ ਮੈਂ ਹਰ ਏਅਰਪੋਰਟ, ਰੇਲਵੇ ਸਟੇਸ਼ਨ ਵਗੈਰਾ 'ਤੇ ਲਗਾਉਣ ਦੀ ਸਿਫਾਰਿਸ਼ ਕਰਾਂਗਾ। ਜ਼ਰੂਰੀ ਹੈ ਕਿ ਹਮੇਸ਼ਾ ਨਜ਼ਰ ਰਹੇ। ਹੁਣ ਤੁਸੀਂ ਲੋਕ ਘਰ ਜਾਓ, ਆਰਾਮ ਕਰੋ। ਮੈਂ 1-2 ਦਿਨ 'ਚ ਤੁਹਾਨੂੰ ਬੁਲਾਵਾਂਗਾ। ਡਾਕਟਰ ਸਨੇਹਾ ਜੀ, ਬਹੁਤ ਧੰਨਵਾਦ। ਤੁਸੀਂ ਵੀ ਆਰਾਮ ਕਰੋ। ਮੈਂ ਜ਼ਰਾ ਰਾਜਨ ਨਾਲ ਮੁਲਾਕਾਤ ਕਰ ਲਵਾਂ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ, ਆਉਣ ਵਾਲਾ ਕੱਲ੍ਹ ਦੀ 31ਵੀਂ ਕੜੀ। ਤੇ ਲਓ ਹੁਣ ਨੋਟ ਕਰੋ ਸਾਡੀ ਅੱਜ ਦੀ ਕੜੀ ਦੇ ਸਵਾਲ। ਸਵਾਲ ਨੰਬਰ 1, ਇਨਸਾਨੀ ਚਿਹਰੇ ਦੇ ਕਿਹੜੇ ਚਿੰਨ੍ਹ ਨੇ ਜੋ ਬਦਲਦੇ ਚਿਹਰੇ ਦੀ ਪਛਾਣ 'ਚ ਕੰਮ ਆਉਂਦੇ ਨੇ? ਸਵਾਲ ਨੰਬਰ 2, AI ਸੌਫਟਵੇਅਰ ਝੂਠ ਕਿਵੇਂ ਪਕੜਦਾ ਹੈ, ਯਾਨੀ ਲਾਈ ਡਿਟੈਕਟਰ ਦਾ ਕੰਮ ਕਿਵੇਂ ਕਰਦਾ ਹੈ? ਆਪਣੇ ਸਵਾਲ ਤੁਸੀਂ ਸਾਨੂੰ ਇਸ ਪਤੇ ਤੇ ਭੇਜ ਸਕਦੇ ਹੋ। ਪ੍ਰੋਗਰਾਮ ਆਉਣ ਵਾਲਾ ਕੱਲ੍ਹ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਹਿੱਸਾ ਲੈਣ ਵਾਲੇ ਕਲਾਕਾਰ ਅਮਿਤ ਸ਼ਰਮਾ, ਰਜਿੰਦਰ ਕੁਮਾਰ, ਸੋਮ ਸਹੋਤਾ, ਪ੍ਰਭਾਸ ਪੰਡਿਤ, ਸਿਮਰਨ ਅਕਸ, ਅਮਨ ਬਲ ਤੇ ਗੁਰਵਿੰਦਰ ਸਿੰਘ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।